वाहेगुरु जी का खालसा वाहेगुरु जी की फतेह। सतगुरां दी परम गोद विच बड़े ही प्रेम नाल संध्या दे दीवाना विच आप जी सज बैठे हो। भागां भरिया समा गुरु कृपा सदका प्राप्त होया। आओ इस समय की सांझ पाइए। सतगुरां दी पावन जीवन कथा दे विचों आप जी ने सरवण कीता सी। जिस वेले सतगुरां दे परिवार टुटण दी खबर राय भोए दी तलवंडी मापियां नूं प्राप्त हुई। फिकरां विच डुबे मापियां ने भाई मरदाना जी नूं सुल्तानपुर लोधी भेजिया। जिस वेले भाई मरदाने ने घर के हालात वेखे चुप पसरी हुई है। पहला वर्गियां रौनकां नहीं। जयराम ते बेबे नानकी जी मुरझाए हुए ने। जदों कारण पूछिया भैन जी आखन लगे मरदाने जो तेरे सामने दिसदा है यही हाल है परवान का। बाकी जे ज्यादा जानकारी चाहना है चलिया जा गुरु नानक साहब जी के पास। वो जंगलों में बैठे ने। जदों भाई मरदाना जी उठ के जान लगे बेनती की भोजन छक के जाओ। भोजन छकण तो बाद भाई मरदाना जदों दूर जंगलों में चले दीन दुनिया के मालक सतगुरां नूं भगवे कपड़ियां विच जंगल विच कलियां बैठे वेखिया। मन भर आया भुखा निकलियां चरना ते जा डिगया। उलांबे दिंदा सच्चे पातशाह ऐसा की कारण हो गया तुसी मोदी खाना छड्ड के ये लिबास बना के बह गए। हसदा वसदा परिवार सी। आसे पासे आप जी ते दुनिया की भीड़ लोगों दीयां महफिलां सन। किहड़ा रोग ते दुख दिल नूं लगे है। दुनिया की परवाह छड्ड आप इन्हां जंगलां च बह गए हो। अखां भरियां ने। भाई मरदाना जी बड़े भावुक हैं। सतगुरां दा ये हाल भाई मरदाने तो वेखिया नहीं जा रहा। इन्हां सारे प्रसंगां नूं आप जी ने सरवण कीता। आओ कुछ समा मन चित बिरतियां नूं एकाग्र चित बनाइए। पाओ प्रेम दी सांझ बख्शो आसीस गज वज के आखो जी सतनाम श्री वाहेगुरु साहिब जी। सतनाम श्री वाहेगुरु साहिब जी। भली गुजर थे तुमरे तेहते सर्व दर्व कर भरपुर जेहते। जगत गुरु गुरु नानक साहिब पातशाह अपनियां खेडां वरता रहे हैं। जदों जंगलों में बैठे सतगुरां दे पास भाई मरदाना जी आए। आखन लगे महाराज एक की खेड़ वरताई आप जी ने मैनूं समझ नहीं आती। चंगा भला सोहना कारोबार चलदा सी मोदी खाने। एक मोदी खाने दे बहाने पता नहीं किन्नियां लोकां दा भला हुंदा सी। ऐसा केड़ा घाटा पै गया केड़ी कमी पेशी आ गई। आप दी मोदी खाना छड्ड करके जंगलां विच आण बैठे हो। कह
ਓਟਾ ਆਇਓ ਤਿਹ ਮਾਹੀ ਕਿਦੋਂ ਨਰੇਸ਼ ਦਈ ਪੁਨ ਨਾਹੀ। ਕਿਰਪਾ ਕਰਕੇ ਹਜੂਰ ਮੈਨੂੰ ਦੱਸੋ, ਦੁੱਖ ਸੀ ਭਾਈ ਮਰਦਾਨੇ ਨੂੰ, ਮਿੱਤਰ ਹੈ ਸਤਿਗੁਰਾਂ ਦਾ, ਪਿਆਰਾ ਹੈ ਬਾਦਸ਼ਾਹ, ਸਮੇਂ ਦੇ ਨਵਾਬ ਦੌਲਤ ਖਾਂ ਦੇ ਨਾਲ ਕੋਈ ਮਨਮੁਟਾਵ ਹੈ ਜਾਂ ਇਸ ਮੋਦੀ ਖਾਨੇ ਦੇ ਵਿੱਚ ਕੋਈ ਘਾਟ ਬਾਤ ਆ ਗਈ ਜਿਸ ਬਦੌਲਤ ਆਪ ਜੀ ਗੱਲ ਦਿਲ ਤੇ ਲਾ ਕੇ ਇੱਥੇ ਆਣ ਬੈਠੇ ਹੋ। ਪਤਾ ਤੁਹਾਨੂੰ ਵੀ ਹੈ ਤੁਹਾਡੀ ਗੈਰ ਹਾਜ਼ਰੀ ਵਿੱਚ ਘਰ ਪਰਿਵਾਰ ਦਾ ਕੀ ਹਾਲ। ਅੱਜ ਮਹਿਫਲਾਂ ਨਜ਼ਰ ਨਹੀਂ ਆਉਂਦੀ, ਅੱਜ ਮਿੱਤਰ ਨਜ਼ਰ ਨਹੀਂ ਆਉਂਦੇ। ਐਸੀ ਕਿਹੜੀ ਗੱਲ ਸੀ ਜਿਸ ਗੱਲ ਨੇ ਆਪ ਜੀ ਨੂੰ ਇਹਨਾਂ ਹਾਲਾਤਾਂ ਵਿੱਚ ਪਹੁੰਚਾ ਦਿੱਤਾ। ਹਜ਼ੂਰ, ਮੈਂ ਬੜੀ ਦੂਰੋਂ ਚੱਲ ਕੇ ਆਇਆ, ਆਪ ਜੀ ਦੇ ਮਾਤਾ ਪਿਤਾ ਨੇ ਮੈਨੂੰ ਭੇਜਿਆ ਹੈ, ਕਿਰਪਾ ਕਰਕੇ ਜੰਗਲ ਵਿੱਚ ਬੈਠਣ ਦਾ, ਘਰ-ਬਾਰ ਛੱਡਣ ਦਾ ਮੈਨੂੰ ਕਾਰਨ ਦੱਸ ਦਿਓ। ਇਹੀ ਕਾਰਨ ਤੇ ਸੋ ਕ੍ਰਿਤ ਛੋਰੀ ਕਿਉਂ ਅਸ ਬਿਸਹਿ ਕੀ ਨ ਬਹੋਰੀ। ਕਿਉਂ ਇਹ ਲਿਬਾਸ ਆਪ ਜੀ ਨੇ ਸਾਧਾਂ ਵਾਲਾ ਪਾਇਆ ਹੋਇਆ, ਭਗਵਾ ਗੇਰੂਆ, ਘਰ ਪਰਿਵਾਰ ਦੀ ਪਰਵਾਹ ਕਿਉਂ ਛੱਡ ਦਿੱਤੀ। ਜਾ ਕੇ ਹਾਲਤ ਵੇਖੋ ਭੈਣ ਨਾਨਕੀ ਦੀ ਕੀ ਹੈ। ਜੈ ਰਾਮ ਜੀ ਦੇ ਹਾਲਾਤ ਕੈਸੇ ਨੇ, ਘਰ ਨੂੰ ਤਾਲੇ ਲੱਗੇ ਹੋਏ ਆ, ਕਿਤੇ ਭਰਜਾਈ ਜੀ ਨਜ਼ਰ ਨਹੀਂ ਆਉਂਦੇ। ਆਪ ਜੀ ਦੇ ਸਪੁੱਤਰ ਬਾਬਾ ਲਖਮੀ ਦਾਸ ਮੈਨੂੰ ਕਿਤੇ ਦਿਸੇ ਨਹੀਂ। ਕੀ ਕਾਰਨ ਐਸਾ ਸੀ? ਆ ਲਿਬਾਸ ਪਾਉਣਾ ਪੈ ਗਿਆ, ਸਭ ਕੁਝ ਛੱਡਣਾ ਪੈ ਗਿਆ, ਪਰਿਤਿਆਗ ਹੀ ਕਰ ਦਿੱਤਾ ਹੈ। ਆਪ ਲੋਕਾਂ ਨਾਲੋਂ ਟੁੱਟ ਕੇ ਬਹਿ ਗਏ ਹੋ। ਸਮੇਂ ਦੇ ਨਵਾਬ ਨਾਲ ਤੇ ਆਪ ਜੀ ਦੀ ਉੱਠਣੀ ਬੈਠਣੀ ਬਹੁਤ ਸੀ। ਨਵਾਬ ਦੌਲਤ ਖਾਂ ਆਪ ਜੀ ਦਾ ਬੜਾ ਅਦਬ ਕਰਦਾ ਸੀ, ਸਤਿਕਾਰ ਕਰਦਾ ਸੀ, ਸਰਕਾਰੀ ਦਰਬਾਰੇ ਤੁਹਾਡਾ ਬੜਾ ਸੋਹਣਾ ਰਸੂਖ ਸੀ। ਕੋਈ ਤੇ ਕਾਰਨ ਹੈ, ਕੋਈ ਟੁੱਟ ਕੇ ਏਦਾਂ ਨਹੀਂ ਬਹਿੰਦਾ, ਕੋਈ ਛੱਡ ਕੇ ਜੱਗ ਤੇ ਜਮਾਨਾ ਇਕੱਲਿਆਂ ਏਦਾਂ ਦੂਰ ਨਹੀਂ ਹੁੰਦਾ। ਬਾਦਸ਼ਾਹ, ਜੇ ਆਪ ਤੁਰਠੇ ਹੋ ਮੈਨੂੰ ਆਪਣਾ ਸੇਵਕ ਮੰਨਦੇ ਹੋ, ਇਹਨਾਂ ਸਾਰੀਆਂ ਗੱਲਾਂ ਦਾ ਮੁੱਖ ਕਾਰਨ ਕੀ ਹੈ, ਕਿਰਪਾ ਕਰਕੇ ਦੱਸ ਦੇਵੋ। ਸ੍ਰੀ ਨਾਨਕ ਸੁਣ ਬੋਲੇ ਬਾਣੀ ਜੋ ਬੈਰਾਗ ਕੀ ਰਸ ਮਹਿ ਸਾਨੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਦੇ ਬੋਲਾਂ ਨੂੰ ਸੁਣਿਆ, ਇਹਨਾਂ ਬੋਲਾਂ ਵਿੱਚ ਬੜਾ ਦਰਦ ਸੀ, ਬੜੀ ਭਾਵੁਕਤਾ ਵਾਲੇ ਬਚਨ ਸਨ। ਸਤਿਗੁਰ ਕਹਿੰਦੇ ਮਰਦਾਨਿਆ, ਕਿਹੜੀਆਂ ਗੱਲਾਂ ਕਰਦੇ ਭਾਈ, ਇਹ ਸੰਸਾਰੀ ਗੱਲਾਂ ਦੇ ਘਾਟੇ ਵਾਧੇ, ਇਹਨਾਂ ਵਿੱਚੋਂ ਕਦੇ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਕਿਸ ਗੱਲ ਦੀ ਚਿੰਤਾ ਕਰਦਾ ਹੈ? ਐਸਾ ਕੀ ਜਗ ਤੇ ਹੋਇਆ ਹੈ, ਪਰਮਾਤਮਾ ਜੋ ਕਰਦਾ ਸੋ ਭਲਾ ਕਰਦਾ ਹੈ। ਹਰ ਵਸਤੂ ਦਾ ਕਾਰਨ ਪਰਮੇਸ਼ਵਰ ਆਪ ਹੈ। ਮਰਦਾਨੇ ਤੂੰ ਪੂਰਬ ਵਾਰੀ ਮਮ ਟਿਕ ਜਾਚ ਆਨ ਉਚਾਰੀ। ਭਾਈ ਮਰਦਾਨਾ ਜੀ ਕਾਰਨ ਪੁੱਛਦੇ ਨੇ, ਮਰਦ ਦੱਸੋ ਇਹ ਲਿਬਾਸ ਕਿਉਂ ਪਾਇਆ, ਕੱਪੜੇ ਕਿਉਂ ਪਾਏ, ਇੱਥੇ ਕਿਉਂ ਬੈਠੇ, ਘਰ-ਬਾਰ ਕਿਉਂ ਛੱਡਿਆ, ਜੱਗ ਵਿੱਚ ਬਦਨਾਮੀ ਕਿਉਂ ਕਰਾਈ? ਕਿਉਂਕਿ ਲੋਕ ਬਦਨਾਮੀ ਕਰਦੇ ਸੀ, ਲੋਕੀ ਮਾੜਾ ਚੰਗਾ ਰੱਜ ਰੱਜ ਕਹਿੰਦੇ ਸੀ, ਪਰ ਮੇਰੇ ਸਤਿਗੁਰਾਂ ਨੇ ਕਦੇ ਕਿਸੇ ਨੂੰ ਸਫਾਈ ਨਹੀਂ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਕਿਸੇ ਨੂੰ ਕਹਿਣ ਨਹੀਂ ਗਏ ਤੂੰ ਸਾਨੂੰ ਮਾੜਾ ਕਿਉਂ ਕਹਿੰਦਾ। ਕਹਿੰਦੇ ਮਰਦਾਨਿਆ, ਜਦ ਤੂੰ ਪਹਿਲੀ ਵਾਰ ਸਾਡੇ ਕੋਲ ਆਇਆ ਸੀ, ਕਹਿੰਦਾ ਹਾਂ ਬਾਦਸ਼ਾਹ। ਗਰੀਬ ਨਵਾਜ਼ ਕਹਿੰਦੇ ਕੀ ਲੈ ਕੇ ਗਿਆ ਸੀ ਸਾਡੇ ਤੋਂ, ਕੀ ਮੰਗਿਆ ਸੀ? ਭਾਈ ਮਰਦਾਨਾ ਸੋਚੀ ਪੈ ਗਿਆ, ਕਿਉਂਕਿ ਸਵਾਲ ਉਹਨੇ ਕੀਤਾ ਮਹਾਰਾਜ ਮੈਨੂੰ ਉਹ ਮੁੱਖ ਕਾਰਨ ਤੇ ਦੱਸੋ, ਘਰ-ਬਾਰ ਕਿਉਂ ਛੱਡਿਆ? ਆਪ ਜੀ ਦਾ ਸਭ ਕੁਝ ਛੱਡਣ ਤੋਂ ਬਾਅਦ ਘਰ ਦੀ ਹਾਲਤ ਕੀ ਹੈ ਕਿ ਬਿਆਨ ਨਹੀਂ ਹੁੰਦੀ। ਮੈਂ ਵੇਖ ਕੇ ਆਇਆ, ਜਿਸ ਘਰ ਵਿੱਚ ਕਦੇ ਚਹਿਲ ਕਦਮੀ ਸੀ, ਜਿਸ ਘਰ ਵਿੱਚ ਕਦੇ ਰੌਣਕਾਂ ਸੀ, ਹਾਸੇ ਸੀ, ਅੱਜ ਉਸ ਘਰ ਵਿੱਚ ਇੱਕ ਉਸ ਪਾਸੇ ਬੈਠੇ ਨੇ, ਇੱਕ ਉਸ ਪਾਸੇ ਬੈਠੇ, ਦੁਖੀ ਨੇ ਸਾਰੇ। ਮਰਦ ਕਹਿੰਦੇ ਮਰਦਾਨਿਆਂ ਤੈਨੂੰ ਕਾਰਨ ਦੱਸਣ ਲੱਗੇ ਆ, ਸੋਚ ਸਮਝ ਧਿਆਨ ਦੇ, ਤੈਨੂੰ ਅਸੀਂ ਕੀ ਬਖਸ਼ਿਆ ਏ। ਤੰਤ ਬਾਦਤ ਕੋ ਤਬ ਗੁਣ ਦੀਨੋ ਹਰਖਵਾਨ ਮਨ ਹੋਏ ਤੈ ਲੀਨੋ।
ਭਾਈ ਮਰਦਾਨਾ ਨੂੰ ਚੇਤੇ ਨਾ ਆਵੇ ਕੁਛ, ਕਹਿੰਦੇ ਮਹਾਰਾਜ ਮੈਂ ਕੀ ਦੱਸਾਂ, ਸਭ ਕੁਝ ਹੀ ਤੇ ਤੁਸੀਂ ਦਿੱਤਾ ਹੋਇਆ, ਧਨ ਦੌਲਤ ਤੇ ਜੇ ਸ਼ੌਹਰਤ ਵੀ ਮਿਲੀ ਤੇ ਗੁਰੂ ਸਾਹਿਬ ਕਰਕੇ। ਜੇ ਪਿੰਡ ਵਿੱਚ ਨਾਮ ਸੀ ਭਾਈ ਮਰਦਾਨੇ ਦਾ, ਸਨਮਾਨ ਸੀ ਗੁਰੂ ਨਾਨਕ ਸਾਹਿਬ ਕਰਕੇ ਸੀ, ਐਡਾ ਵੱਡਾ ਰੁਤਬਾ ਸੀ। ਭਾਈ ਮਰਦਾਨਾ ਕਹਿੰਦਾ ਮਹਾਰਾਜ ਕੋਈ ਇੱਕ ਚੀਜ਼ ਹੋਵੇ ਜੋ ਮੈਂ ਦੱਸਾਂ ਤੁਸੀਂ ਦਿੱਤੀ ਹੈ, ਸਭ ਕੁਝ ਹੀ ਤੇ ਤੁਸੀਂ ਬਖਸ਼ਿਆ, ਪਰ ਫਿਰ ਵੀ ਮੈਨੂੰ ਚੇਤਾ ਨਹੀਂ ਆਪ ਜੀ ਨੇ ਮੈਨੂੰ ਕੀ ਦਿੱਤਾ ਹੈ। ਭਾਈ ਮਰਦਾਨਾ ਕੀ ਹੱਸ ਕੇ ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਤੰਤੀ ਸਾਜ ਵਜਾਉਣ ਦਾ ਗੁਣ ਵੀ ਤੇ ਬਖਸ਼ਿਆ, ਆਖੋ ਸਤਿਨਾਮ ਕਿਤੇ ਹੈ। ਯਾਦ ਆ ਗਿਆ ਭਾਈ ਮਰਦਾਨਾ ਜੀ ਨੂੰ, ਹਾਂ ਮਹਾਰਾਜ ਬਖਸ਼ਿਸ਼ ਦਿੱਤੀ ਸੀ, ਪਰ ਅਣਜਾਣ ਵਿਅਕਤੀ ਨੂੰ ਕੋਈ ਵਸਤੂ ਮੁਫਤ ਵਿੱਚ ਮਿਲ ਜੇ, ਸਹਿਜ ਸੁਭਾਅ ਮਿਲ ਜੇ, ਉਹਦੇ ਲਈ ਉਹ ਕਦਰਦਾਨ ਨਹੀਂ ਹੁੰਦਾ। ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਸੀ ਮਰਦਾਨਿਆ ਤੈਨੂੰ ਤੰਤੀ ਸਾਜ ਦਾ ਗੁਣ ਦਿੱਤਾ, ਕਹਿੰਦਾ ਠੀਕ ਹੈ ਮਹਾਰਾਜ, ਨਾ ਕਦੇ ਤੰਤੀ ਸਾਜ ਵਜਾਇਆ ਤੇ ਨਾ ਕਦੇ ਸੋਚਿਆ। ਅੱਜ ਸਹਿਜ ਸੁਭਾਅ ਜੰਗਲ ਵਿੱਚ ਬੈਠੇ ਮਹਾਰਾਜ ਆਖਦੇ ਮਰਦਾਨਿਆ ਕਿ ਤੇਰੇ ਕੋਲ ਤੰਤੀ ਸਾਜ ਦਾ ਬਖਸ਼ਿਆ ਗੁਣ ਹੈ। ਹੱਸ ਕੇ ਕਹਿੰਦਾ ਮਹਾਰਾਜ ਗੁਣ ਤੇ ਹੈ ਪਰ ਕਦੇ ਵਰਤਿਆ ਨਹੀਂ, ਆਖੋ ਸਤਿਨਾਮ। ਆਪਾਂ ਕਿਹੜਾ ਵਜਾਇਆ ਕਦੇ। ਤੰਤੀ ਸਾਜ ਕਿਹਨੂੰ ਕਹਿੰਦੇ ਆ? ਰਬਾਬ, ਤਾਨਪੁਰਾ, ਇਹ ਜਿਹੜੀਆਂ ਚੀਜ਼ਾਂ ਨੇ ਨਾ ਦਿਲਰੂਬਾ, ਇਹ ਤੰਤੀ ਸਾਜ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਬਾਬ ਦਾ ਜ਼ਿਕਰ ਹੈ, ਰਬਾਬ ਦਾ। ਪੁਰਾਤਨ ਸਮੇਂ ਵਿੱਚ ਜਾ ਕੇ ਵੇਖੋ ਗੁਰੂ ਕਲਗੀਧਰ ਮਹਾਰਾਜ, ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਰਬਾਬ ਤੇ ਸਰੰਦੇ ਨਾਲ ਕੀਰਤਨ ਕਰਦੇ ਸੀ। ਅੱਜ ਤੋਂ 60 ਸਾਲ ਤੱਕ ਹਰਿਮੰਦਰ ਸਾਹਿਬ ਵਿੱਚ 60 ਸਾਲ ਪਹਿਲਾਂ ਰਬਾਬਾਂ ਨਾਲ ਕੀਰਤਨ ਕੀਤਾ ਜਾਂਦਾ ਸੀ। ਉਦੋਂ ਬਾਜਿਆਂ ਦੀ, ਹਾਰਮੋਨੀਅਮ ਦੀ ਹੋਂਦ ਨਹੀਂ ਸੀ, ਕਿਤੇ ਕਿਤੇ ਹੁੰਦੀ ਸੀ। ਇਹ ਬਾਜੇ ਤੇ ਜਰਮਨ ਤੋਂ ਆਏ ਆ, ਬਾਅਦ ਵਿੱਚ ਹਾਰਮੋਨੀਅਮ। ਸਭ ਤੋਂ ਪਹਿਲਾਂ ਇਸ ਧਰਤੀ ਤੇ ਲੋਕ ਰਬਾਬ ਵਜਾਉਂਦੇ ਸੀ, ਤੰਤੀ ਸਾਜ ਵਜਾਉਂਦੇ ਸੀ। ਤੰਤੀ ਸਾਜਾਂ ਦੇ ਨਾਲ ਧੁਰਕੀ ਬਾਣੀ ਦਾ ਕੀਰਤਨ ਗਾਇਆ ਜਾਂਦਾ ਸੀ ਤੇ ਰਾਗ ਹਮੇਸ਼ਾ ਤੰਤੀ ਸਾਜਾਂ ਤੇ ਗਾਏ ਜਾਂਦੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆ ਤੈਨੂੰ ਤੰਤੀ ਸਾਜ, ਤੰਤੀ ਵਜਾਉਣ ਦਾ ਹੁਕਮ ਦਿੱਤਾ ਸੀ, ਵਜਾਇਆ ਕਦੇ? ਭਾਈ ਮਰਦਾਨਾ ਸਾਰੇ ਸਵਾਲ ਭੁੱਲ ਗਿਆ ਵੀ ਮੈਂ ਆਇਆ ਕੀ ਕਰਨਾ ਸੀ। ਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਗੁਣ ਦੀ ਦਾਤ ਬਖਸ਼ੀ ਹੈ। ਇਹ ਗੁਣ ਅੱਜ ਵੀ ਸਤਿਗੁਰਾਂ ਦੀ ਕਿਰਪਾ ਨਾਲ ਦੁਬਾਰਾ ਆਰੰਭ ਹੋਇਆ ਸੱਚਖੰਡ ਹਰਿਮੰਦਰ ਸਾਹਿਬ। ਮੁੜ ਤੋਂ ਤੰਤੀ ਸਾਜ ਵੱਜਣੇ ਸ਼ੁਰੂ ਹੋ ਗਏ। ਹਾਰਮੋਨੀਅਮ ਦੀਆਂ ਸੁਰਾਂ ਵਿਕਾਰ ਪੈਦਾ ਕਰਦੀਆਂ ਨੇ, ਪਰ ਜਦ ਰਬਾਬ ਤੇ ਤੰਤੀ ਸਾਜ ਵੱਜਦੇ ਨੇ ਮਨ ਨੂੰ ਬਿੰਨ ਕੇ ਰੱਖ ਦਿੰਦੇ ਨੇ, ਬਿੰਨ ਦਿੰਦੇ ਆ। ਭਾਈ ਮਰਦਾਨਾ ਮਹਾਰਾਜ ਦੇ ਸਾਹਮਣੇ ਬੈਠਾ, ਦੋਨੇ ਹੱਥ ਜੋੜੇ ਆ, ਨੇਤਰ ਸਾਫ਼ ਹੋ ਗਏ, ਸੁੱਕ ਗਿਆ ਜਲ। ਹੁਣ ਉਹ ਵਿਰਾਗ ਦੀ ਅਵਸਥਾ ਤੋਂ ਨਿਕਲ ਆਏ ਨੇ। ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਦਿੱਤਾ ਹੋਇਆ ਗੁਣ ਵੀ ਤੇ ਇਸੇ ਕਦਰ ਦਿੱਤਾ ਸੀ। ਇਸੇ ਸਮੇਂ ਕੋ ਪੂਜੋ ਹਿਤੋ ਅਵਰ ਨ ਕਾਰਜ ਸਮਤ ਨ ਕੀਤੋ। ਪਿਆਰਿਆ ਜੇ ਤੈਨੂੰ ਉਹ ਗੁਣ ਬਖਸ਼ਿਆ ਸੀ ਅੱਜ ਦੇ ਸਮੇਂ ਕਰਕੇ ਦਿੱਤਾ ਸੀ। ਆਹ ਸਮੇਂ ਦੀ ਉਡੀਕ ਕਰਦੇ ਸੀ ਜਿਸ ਸਮੇਂ 'ਚ ਤੂੰ ਸਾਡੇ ਕੋਲ ਆ ਕੇ ਬੈਠਾ। ਤੈਨੂੰ ਬਖਸ਼ਿਆ ਹੀ ਤਾਂ ਸੀ ਗੁਣ ਵੀ ਤੂੰ ਸਾਡੇ ਕੋਲ ਰਹਿ ਕੇ ਤੰਤੀ ਸਾਜ ਵਜਾਏਗਾ, ਘਰ-ਬਾਰ ਦੀ ਪਰਵਾਹ ਛੱਡ ਦੇਏਗਾ, ਤੇ ਤੂੰ ਅੱਜ ਸਾਨੂੰ ਆ ਕੇ ਪੁੱਛਦਾ ਮਰਦ ਘਰ ਛੱਡੀ ਬੈਠੇ ਹੋ। ਸਤਿਗੁਰ ਕਹਿੰਦੇ ਤੈਨੂੰ ਤੇ ਬੜਾ ਸਮਾਂ ਪਹਿਲਾਂ ਹੀ ਇਹ ਗੁਣ ਦੇ ਕੇ ਕਹਿਤਾ ਸੀ ਮਰਦਾਨਿਆ ਇੱਕ ਦਿਨ ਘਰ ਤੇ ਪਰਿਵਾਰ ਛੱਡਾਂਗੇ, ਆਖੋ ਸਤਿਨਾਮ। ਅੱਜ ਉਹ ਦਿਨ ਆ ਗਿਆ, ਛੱਡ ਦਿੱਤਾ ਪਰਿਵਾਰ, ਛੱਡ ਦਿੱਤਾ ਘਰ-ਬਾਰ, ਛੱਡ ਦਿੱਤੀ ਹੈ ਲੋਕਾਂ ਦੀ ਲਜਿਆ। ਇਸ ਬਾਸਰ ਮਮ ਸੰਗ ਰਹੀ ਜੈ ਆਨ ਜਾਨ ਕੋ ਨਾਮ ਨ ਲੀਜੈ। ਬੜੇ ਪ੍ਰੇਮ ਨਾਲ ਆਖਣ ਲੱਗੇ ਸਤਿਗੁਰ ਕਹਿੰਦੇ ਮਰਦਾਨਿਆ ਜੇ ਤੈਨੂੰ ਕੋਈ ਪਿਆਰ ਦਾ ਵਚਨ ਆਖੀਏ ਮੰਨੇਗਾ? ਕਹਿੰਦਾ ਹਜ਼ੂਰ ਕਦੇ ਜਵਾਬ ਦਿੱਤਾ ਹੈ? ਗਰੀਬ ਨਵਾਜ਼ ਮੈਂ ਤੇ ਸਦਾ ਤੁਹਾਡਾ ਦਾਸ ਹਾਂ, ਸਦਾ ਤੁਹਾਡੀ ਆਗਿਆ ਰਜਾ 'ਚ ਰਹਿਣਾ। ਗੁਰੂ ਨਾਨਕ ਮਹਾਰਾਜ ਹੱਸ ਕੇ ਆਖਣ ਲੱਗੇ ਕਹਿੰਦੇ ਚੰਗਾ ਫਿਰ ਅੱਜ ਤੋਂ ਬਾਅਦ ਤੂੰ ਵੀ ਘਰ ਨਹੀਂ ਜਾਣਾ, ਛੱਡ ਦੇ ਤੂੰ ਵੀ ਘਰ ਪਰਿਵਾਰ, ਸਾਡੇ ਨਾਲ ਰਿਹਾ ਕਰ। ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਵੀ ਮੈਂ ਤੇ ਪਤਾ ਲੈਣ ਆਇਆ, ਬਾਬੇ ਨੇ ਮੈਨੂੰ ਰੱਖ ਲੈਣਾ, ਆਖੋ ਸਤਿਨਾਮ। ਸਤਿਗੁਰ ਕਹਿੰਦੇ ਤੂੰ ਘਰ ਨਹੀਂ ਜਾਣਾ ਅੱਜ ਤੋਂ ਬਾਅਦ, ਤੈਨੂੰ ਇਸੇ ਕਰਕੇ ਤੇ ਰਬਾਬ ਦਾ ਗੁਣ ਬਖਸ਼ਿਆ ਵੀ ਤੂੰ ਸਾਨੂੰ ਕੀਰਤਨ ਸੁਣਾਇਆ ਕਰ ਨਿਰੰਕਾਰ ਦਾ।
ਭਾਈ ਮਰਦਾਨਾ ਜੀ ਬੈਠੇ ਬੈਠੇ ਸੋਚਦੇ ਮਨਾ ਮੇਰੇ ਆ, ਜੇ ਬੇਬੇ ਨਾਨਕੀ ਜੀ ਦੇ ਕੋਲੋਂ ਹੀ ਪੁੱਛ ਕੇ ਚਲਿਆ ਜਾਂਦਾ ਚੰਗਾ ਨਹੀਂ ਸੀ। ਬਾਬੇ ਨੇ ਆਪ ਤੇ ਘਰ ਛੱਡਿਆ ਹੋਇਆ ਤੇ ਮੈਨੂੰ ਵੀ ਕਹਿੰਦੇ ਮਰਦਾਨੇ ਘਰੇ ਨਾ ਜਾਈ। ਹੁਣ ਇਹ ਪੁੱਛਣਗੇ ਵੀ ਵਾਦਾ ਕਰਕੇ ਜਾ, ਕੀ ਕਰਾਂ? ਦੁੱਲਾ ਚੁੱਪ ਭੁੱਲ ਗਈ ਚਿੰਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਪਹਿਲਾਂ ਬੜੇ ਭਾਵੁਕ ਹੋ ਕੇ ਆਖਦੇ ਸੀ ਮਰਦ ਕੀ ਹੋ ਗਿਆ, ਕਿਹੜਾ ਇਹੋ ਜਿਹਾ ਦੁੱਖ ਆ ਗਿਆ, ਕਿਹੜਾ ਗਮ ਆ ਗਿਆ, ਘਰ ਛੱਡ ਕੇ ਬਹਿ ਗਏ। ਤੇ ਗੁਰੂ ਸਾਹਿਬ ਨੇ ਕਾਰਨ ਦੱਸਤਾ, ਕਹਿੰਦੇ ਤੈਨੂੰ ਨਾਲ ਰੱਖਣਾ ਸੀ, ਆਪਣਾ ਘਰ ਛੱਡਿਆ, ਘਰ ਤੇਰਾ ਵੀ ਛੁਡਾ ਦੇਣਾ ਹੈ। ਮਰਦਾਨਿਆ ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਛੱਡ ਦੇ ਘਰ ਪਰਿਵਾਰ ਦੀ ਮੋਹ ਮਾਇਆ, ਪੁੱਤ ਵੀ ਵਿਆਹ ਲਿਆ, ਤੂੰ ਧੀ ਵੀ ਵਿਆਹ ਲਈ, ਹੁਣ ਘਰੇ ਕੀ ਹੈ? ਭਾਈ ਮਰਦਾਨਾ ਸਾਵਧਾਨ ਨਾ ਹੋ ਕੇ ਬਹਿ ਗਿਆ, ਸੋਚੀ ਬਹਿ ਗਿਆ। ਸਤਿਗੁਰ ਕਹਿੰਦੇ ਬਚਨ ਕਹਿ ਕੇ ਮੰਗਿਆ ਮਰਦਾਨਿਆ ਤੈਨੂੰ ਹੁਣ ਜਾਣ ਨਹੀਂ ਦਿਆਂਗੇ, ਤੈਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣਾ ਏ। ਜਨਮ ਸੁਧਾਰ ਲੈ ਹੋ ਤੁਮ ਆਪਣਾ, ਜਗਤ ਅਸਤ ਲਖੋ ਜਿਵ ਸੁਪਨਾ। ਜਦੋਂ ਭਾਈ ਮਰਦਾਨਾ ਜੀ ਸੋਚੀ ਪੈ ਗਏ, ਸੋਚਣਾ ਤੇ ਤਾਂ ਸੀ ਕਿਉਂਕਿ ਇਹ ਜੋ ਕੁਝ ਵੀ ਹੋਇਆ ਅਚਨਚੇਤ ਹੋਇਆ, ਇੱਕਦਮ ਖਿਆਲ ਵੀ ਨਹੀਂ ਸੀ, ਸੋਚਿਆ ਵੀ ਨਹੀਂ ਸੀ ਕਦੇ ਮਰਦ ਮੈਨੂੰ ਕਹਿਣ ਕੇ ਘਰ ਛੱਡ ਦੇ। ਮਰਦ ਕਹਿੰਦੇ ਮਰਦਾਨਿਆ ਕਿਉਂ ਚਿੰਤਾ ਚ ਪਿਆ, ਸਾਡੇ ਨਾਲ ਰਹਿ ਕੇ ਆਪਣਾ ਜੀਵਨ ਸਫਲਾ ਬਣਾ ਲੈ। ਆ ਜੀਵਨ ਬਾਰ-ਬਾਰ ਨਹੀਂ ਮਿਲਦਾ, ਕਿੱਡੇ ਵੱਡੇ ਭਾਗ ਹੋਣੇ, ਉਹ ਕੈਸਾ ਮਹਾਨ ਮਹਾਂਪੁਰਖ ਹੋਣਾ, ਕੈਸੀ ਰੂਹ ਹੋਏਗੀ ਭਾਈ ਮਰਦਾਨਾ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਤੈਨੂੰ ਸਾਡੇ ਨਾਲ ਰਹਿਣਾ ਪੈਣਾ, ਜੀਵਨ ਸਫਲਾ ਬਣਾ ਲਾ ਆਪਣਾ। ਮਰਦਾਨਿਆ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ, ਆ ਜਿਹੜਾ ਸੰਸਾਰ ਆ ਇਹ ਝੂਠਾ ਹੈ, ਇੱਥੇ ਕੋਈ ਆਪਣਾ ਇਹ ਸੱਚਾ ਨਹੀਂ। ਕੀ ਦਰਸਾ ਰਹੇ ਆ ਵੀ ਜਿੰਨਾ ਧੀਆਂ ਪੁੱਤਾਂ ਦਾ ਮੋਹ ਕਰਕੇ ਤੂੰ ਆਇਆ ਨਾ ਮਰਦਾਨਿਆ, ਵੀ ਸਤਿਗੁਰੂ ਦੀ ਮਾਤਾ ਪਿਤਾ ਦੁਖੀ ਨੇ, ਆਪ ਜੀ ਦੀ ਧਰਮ ਪਤਨੀ ਦੁਖੀ ਹੈ, ਪੁੱਤਰ ਦੁਖੀ ਨੇ, ਉਹ ਸਮਝਾ ਰਹੇ ਨੇ ਵੀ ਇੱਥੇ ਆਪਣਾ ਕੋਈ ਨਹੀਂ। ਜਿੱਦਣ ਘਰ ਦਾ ਮਾਲਕ ਤੁਰ ਜਾਂਦਾ ਨਾ, ਉਹੀ ਬੱਚੇ ਹੁੰਦੇ ਨੇ ਜਿਹੜੇ ਆਪਣੇ ਪਿਤਾ ਦੀ ਕਮਾਈ ਤੇ ਇਸ਼ਾਂ ਕਰਦੇ ਫਿਰਦੇ ਆ ਵੀ ਹੁਣ ਮਾਤਾ ਨੂੰ ਪੈਨਸ਼ਨ ਲੱਗੀ, ਬਾਪੂ ਵਾਲੇ ਤੁਰ ਜਾਂਦੇ ਆ। ਸਾਰੇ ਯਾਦ ਕਰਦਾ ਕੋਈ ਕਦੇ ਕਦਾਇਕ ਤੇ ਚੇਤਾ ਦੀ ਅਲੱਗ ਗੱਲ ਹੈ। ਮਰਦ ਕਹਿੰਦੇ ਸੰਸਾਰ ਜਗਤ ਝੂਠਾ ਹੈ, ਆਪਣਾ ਹੋਣਾ ਨਾ ਹੋਣਾ ਇੱਥੇ ਮਾਇਨੇ ਨਹੀਂ ਰੱਖਦਾ। ਇਹ ਤੇ ਅਸੀਂ ਆਪਣੀ ਪੂਛ ਨਾਲ ਛੱਜ ਬੰਨੀ ਕਰਦੇ ਆ ਵੀ ਮੇਰੇ ਬਿਨਾ ਮੇਰਾ ਘਰ ਨਹੀਂ ਚੱਲਣਾ, ਜੇ ਮੈਂ ਨਾ ਹੋਇਆ ਤੇ ਮੇਰੇ ਬੱਚੇ ਨਹੀਂ ਰਹਿਣਗੇ। ਭਲੇਖਾ ਛੱਡ ਦਿਓ, ਜਿੱਦਣ ਆਪਾਂ ਦੁਨੀਆ ਤੋਂ ਤੁਰ ਜਾਣਾ ਉਹਨਾਂ ਯਾਦ ਵੀ ਨਹੀਂ ਕਰਨਾ ਕਿੰਨੇ ਆਏ ਕਿੰਨੇ ਗਏ, ਪੁੱਛਿਆ ਕਦੇ ਕਿਸੇ ਨੇ? ਬਸ ਇੰਨਾ ਕੀ ਹੁੰਦਾ ਵੀ ਫਲਾਣਾ ਚੜਾਈ ਕਰ ਗਿਆ, 2 ਘੰਟੇ ਬਾਅਦ ਸੰਸਕਾਰ ਹੈ, ਟਾਈਮ ਹੋਇਆ ਤੇ ਆ ਜਿਓ ਜੀ। 7ਵੇਂ 8ਵੇਂ 10ਵੇਂ ਦਿਨ ਭੋਗ ਪੈ ਗਿਆ, ਆਓ ਗਿਆ ਹੋ ਗਿਆ। ਜਿਹੜਾ ਕਹਿੰਦਾ ਸੀ ਮੇਰੇ ਬਿਨਾ ਸਾਰੇ ਮਰ ਜਾਣਗੇ, ਮੇਰੇ ਬਿਨਾ ਮੇਰਾ ਮੁੰਡਾ ਰੋਟੀ ਨਹੀਂ ਖਾਂਦਾ, ਮੇਰੇ ਬਿਨਾ ਮੇਰਾ ਪੋਤਾ ਪਾਣੀ ਨਹੀਂ ਪੀਂਦਾ। ਪਹਿਮ ਸੀ ਨਾ ਇੱਕ, ਜਿੱਦਣ ਮਰ ਜਾਏਗਾ ਨਾ ਦੁਨੀਆ ਤੋਂ ਤੁਰ ਜਾਏਗਾ, ਕਿ ਉਦੋਂ ਵੀ ਕੋਕਾ ਕੋਲਾ ਪੀਣਗੇ, ਆਖੋ ਸਤਿਨਾਮ, ਉਦੋਂ ਵੀ ਤੁਰੇ ਫਿਰਨਗੇ। ਤੇਰੇ ਪਿੱਛੇ ਕਿਸੇ ਨੇ ਰੋਟੀ ਨਹੀਂ ਛੱਡਣੀ। ਇਹ ਮੱਤ ਭਲੇਖਾ ਰੱਖੀ ਮਨ ਦੇ ਵਿੱਚ। ਸਤਿਗੁਰ ਕਹਿੰਦੇ ਮਰਦਾਨਿਆ ਕਿਹੜੇ ਪਰਿਵਾਰ ਪਿੱਛੇ ਤੁਰਿਆ ਫਿਰਦਾ ਹੈ? ਜੱਗ ਝੂਠਾ ਹੈ, ਪਰਿਵਾਰ ਝੂਠਾ ਹੈ, ਇੱਥੇ ਕੁਝ ਵੀ ਸੱਚਾ ਨਹੀਂ। ਸੋਵਹਿ ਮਦ ਗੁੜਕ ਜੋ ਲੋ, ਸੁਪਨਾ ਸਤ ਭਾਸ ਹੈ ਤੋਲੋ। ਮਰਦਾਨਿਆ ਦੁਨੀਆ ਇਸੇ ਤਰ੍ਹਾਂ ਦੀ ਹੈ, ਜਿਵੇਂ ਬੰਦਾ ਗੂੜੀ ਨੀਂਦ ਵਿੱਚ ਸੁੱਤਾ ਹੋਵੇ ਜਾਂ ਸੁਪਨ ਅਵਸਥਾ ਵਿੱਚ ਹੋਵੇ, ਉਹਨੂੰ ਸੁਪਨੇ ਕਈ ਪ੍ਰਕਾਰ ਦੇ ਹੁੰਦੇ ਆ। ਕਈ ਵਾਰ ਸੁਪਨੇ 'ਚ ਬੰਦਾ ਰਾਜਾ ਬਣਿਆ ਫਿਰਦਾ ਹੁੰਦਾ, ਸ਼ਹਿਨਸ਼ਾਹ, ਕਈ ਕੋਠੀਆਂ ਦਾ ਮਾਲਕ ਹੁੰਦਾ ਹੈ, ਕਈ ਸਟੇਟਾਂ ਦਾ ਰਾਜਾ ਬਣ ਜਾਂਦਾ ਹੈ, ਤੇ ਕਈ ਵਾਰ ਉਹ ਭਿਖਾਰੀ ਬਣ ਕੇ ਮੰਗਦਾ ਵੀ ਹੁੰਦਾ। ਦੱਸੋ ਸੁਪਨੇ 'ਚ ਕੋਈ ਭਿਖਾਰੀ ਬਣਿਆ, ਐਕਚੁਅਲ ਵਿੱਚ ਬਣਿਆ? ਸੁਪਨੇ ਵਿੱਚ ਕਮਾਈ ਹੋਈ ਮਾਇਆ, ਸੁਪਨੇ ਵਿੱਚ ਬਣਿਆ ਪਰਿਵਾਰ ਕਦੇ ਅੱਖਾਂ ਦੇ ਸਾਹਮਣੇ ਆ ਕੇ ਬੈਠਾ ਵੀ ਇਹ ਸਾਡਾ ਬਾਪੂ ਆ ਤੇ ਸਾਡਾ ਭਰਾ ਹੈ। ਜਦੋਂ ਅੱਖ ਖੁੱਲੀ ਹੈ ਸੁਪਨਾ ਖਤਮ। ਮਰਦ ਕਹਿੰਦੇ ਜਦੋਂ ਦੁਨੀਆ ਤੋਂ ਅੱਖ ਖੁੱਲੂਗੀ ਨਾ, ਮਦਹੋਸ਼ ਹੋਇਆ ਫਿਰਦਾ ਇਨਸਾਨ, ਜਦੋਂ ਆ ਕੇ ਧਰਮ ਰਾਜ ਦੇ ਦੂਤਾਂ ਨੇ ਸਿਰ ਦੇ ਵਿੱਚ ਜਮਦਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਜਦੋਂ ਜਮਾ ਨੇ ਠੇਂਗਾ ਡਾਂਗ ਸਿਰ 'ਚ ਮਾਰੀ ਨਾ, ਅੱਖ ਖੁੱਲ ਜਾਣੀ ਹੈ। ਜਦੋਂ ਅੱਖ ਖੁੱਲਣੀ ਵੇਖਣਾ ਹੈ ਇਸ ਦੁਨੀਆ ਨੂੰ ਛੱਡ ਕਿਸੇ ਹੋਰ ਦੁਨੀਆ 'ਚ ਆਖੋ ਸਤਿਨਾਮ। ਘੜੀ ਪਲ 'ਚ ਹੀ ਪਰਾਏ ਹੋ ਗਏ ਸਾਰੇ। ਪਾਤਸ਼ਾਹ ਕਹਿੰਦੇ ਜਦੋਂ ਤੱਕ ਸੁਪਨਾ ਚੱਲਦਾ ਲੱਗਦਾ ਉਹ ਵੀ ਸੱਚਾ ਹੀ ਹੁੰਦਾ ਹੈ। ਰਾਤ ਦਾ ਸੁਪਨਾ ਜਦ ਚੱਲੇਗਾ 8-8 ਘੰਟੇ ਕਈ ਵਾਰ ਲੋਕ ਸੁਪਨਿਆਂ 'ਚ ਲੰਘ ਜਾਂਦੇ ਆ, 2-3 ਘੰਟੇ ਸੁਪਨੇ ਵਿੱਚ ਲੋਕੀ ਤੜਪਦੇ ਰਹਿੰਦੇ ਆ।
कोई रोंदा है, कोई चीका मारदा मैनू बचाओ मैनू छुड़ाओ, लोकां नूं सुणदियां गल्लां। कोई सुपने विच गली गली फिरदा रौला पाउंदा गालां कढदा है, कोई गीत गाउंदा फिरदा है, कोई राजा बनिया फिरदा है। पर जद तक सुपना चलदा है उदों तक मान रहिंदा बंदे नूं भी मैं इस सुपने दी दुनिया दा मालक हां। इन्ने लोग मेरी इज्जत करदे आ, जद अख खुलदी पछतावा हुंदा इत्थे कुछ भी नहीं। गरीब नवाज कहते मर्दानिया आ संसार है, ये पिंड संहार है। दोहरा जब जग है तब सूझही, सुपन पदार्थ कूर। चलदे सुपने दे विच कदे सपना सपना नहीं लगदा, लगदा है उदों जदों जाग जांदा है। बंदा कहंदा मैं ते सपने विच सी, ते फिर जदों सपने विच उठदा है ਇਹਨੂੰ ਇੱਕ ਪਛਤਾਵਾ ਹੁੰਦਾ ਜੇ ਨੀਂਦ ਪੂਰੀ ਨਹੀਂ ਹੋਈ। ਅਕਸਰ ਸੁਪਨੇ ਵਿੱਚ ਸੌਣ ਵਾਲਾ ਬੰਦਾ ਭੂਖ ਨੀਂਦ ਨਹੀਂ ਸੌਂਦਾ, ਸਰੀਰ ਬਾਡੀ ਮਨ ਰਿਲੈਕਸ ਨਹੀਂ ਹੁੰਦਾ, ਕਿਉਂਕਿ ਸਾਰਾ ਜ਼ੋਰ ਇਹਦਾ ਉਸ ਸੁਪਨੇ ਵਿੱਚ ਲੱਗਾ ਹੁੰਦਾ ਹੈ, ਉੱਥੇ ਭਟਕਦਾ ਹੈ। ਮਰਦ ਕਹਿੰਦੇ ਜਦੋਂ ਅੱਖ ਖੁੱਲੀ ਸੁਪਨਾ ਟੁੱਟ ਗਿਆ ਮਰਦਾਨਿਆ, ਫਿਰ ਇਹ ਸਮਝ ਆਉਂਦੀ ਆ ਨਾ ਕਿ ਝੂਠਾ ਸੀ ਉਹ। ਹੁਣ ਜੇ ਕਿਸੇ ਦਾ ਸੁਪਨੇ 'ਚ ਵਿਆਹ ਹੋਇਆ, ਉਹ ਇਹ ਤਾਂ ਨਹੀਂ ਸੋਚਦਾ ਵੀ ਸੁਪਨੇ 'ਚ ਵਿਆਹ ਹੋਇਆ ਸੀ ਤੇ ਹੁਣ ਉੱਠ ਗਿਆ ਤਲਾਕ ਲੈਣ। ਉਹਦੀ ਘਰ ਵਾਲੀ ਨਹੀਂ ਲੱਭਦੀ ਕਿੱਥੇ ਆ ਜਿਹਦੇ ਨਾਲ ਵਿਆਹ ਹੋਇਆ। ਉਹ ਪਰਿਵਾਰ, ਉਹ ਬੱਚੇ ਕਿਹੜੇ ਨੇ ਜਿਹੜੇ ਬਾਪੂ ਜੀ ਕਹਿੰਦੇ ਫਿਰਦੇ ਸੀ, ਉਹ ਤੇ ਝੂਠਾ ਸੀ ਸਾਰਾ ਕੁਝ। ਪਰ ਅੱਖ ਖੋਲਿਆ ਤੋਂ ਕਦੇ ਕਿਸੇ ਨੇ ਸੋਚਿਆ, ਹੱਸ ਕੇ ਬੰਦਾ ਕਹਿੰਦਾ ਛੱਡ, ਖਿਆਲ ਹੀ ਸੀ, ਸੁਪਨਾ ਹੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਆ ਦੁਨੀਆ ਇੱਕ ਸੁਪਨਾ ਹੈ, ਇਸ ਸੁਪਨੇ ਵਿੱਚ ਬੜਿਆਂ ਨੇ ਮਾਣ ਕੀਤਾ ਵੀ ਮੈਂ ਦੁਨੀਆ ਦਾ ਰਾਜਾ, ਮੈਂ ਸਦਾ ਰਹਿਣਾ, ਮੇਰੇ ਨਾਲ ਸਾਰਾ ਕੁਝ ਹੈ। ਤੇ ਜਿੱਦਣ ਬੰਦੇ ਨੇ ਛੱਡ ਦਿੱਤਾ ਉਹ ਕਹਿੰਦਾ ਮੇਰੇ ਬਿਨਾਂ ਰਹਿਣਾ ਕਿਸੇ ਨੇ ਨਹੀਂ। ਮਰਦ ਕਹਿੰਦੇ ਇਹ ਸੁਪਨਾ ਹੀ ਚੱਲਦਾ ਮਰਦਾਨਿਆ। ਜਿੱਦਣ ਸੁਪਨਾ ਤੇਰਾ ਮੇਰਾ ਦੁਨੀਆ ਦਾ ਟੁੱਟੇਗਾ ਉਸ ਦਿਨ ਇਹ ਪਰਿਵਾਰ ਨਹੀਂ ਹੋਣਾ, ਇਹ ਸੰਸਾਰ ਨਹੀਂ ਹੋਣਾ, ਮਿੱਤਰ ਭਾਈ ਦੋਸਤ ਸਾਥ ਸੰਬੰਧੀ ਕੋਈ ਵੀ ਨਹੀਂ ਹੋਣਾ। ਉਦੋਂ ਆਪਾਂ ਇਕੱਲਿਆਂ ਹੋਣਾ। ਜਦੋਂ ਦੁਨੀਆ ਤੇ ਆਏ ਸੀ ਦੱਸੋ ਜੀ ਕਿਹਨਾਂ ਦੇ ਭੈਣ ਭਰਾ ਮਾਤਾ ਪਿਤਾ ਨਾਲ ਆਏ ਸੀ? ਆਇਆ ਕੋਈ? ਕਿੱਡਾ ਵੱਡਾ ਸਫ਼ਰ ਹੈ ਇਸ ਜ਼ਿੰਦਗੀ ਦਾ। ਜੀਵਨ ਵਿੱਚ ਆਉਣ ਤੋਂ ਪਹਿਲਾਂ ਵੀ ਕਈ ਜਨਮ ਇਕੱਲੇ ਭਟਕਦੇ ਨੇ, ਤੇ ਜਦੋਂ ਮਰ ਕੇ ਇਸ ਦੁਨੀਆ ਤੋਂ ਜਾਣਾ ਪਤਾ ਨਹੀਂ ਕਿੱਥੇ ਜਾਣਾ, ਖੋਰੇ ਕਿਹੜੀ ਥਾਂ ਤੇ ਜਾਣਾ ਹੈ। ਜਿਸ ਮਾਰਗ ਦੇ ਕੋਲ ਨਹੀਂ ਗਿਣੇ ਜਾ ਸਕਦੇ ਉੱਥੇ ਇਕੱਲਿਆਂ ਜਾਣਾ ਪੈਣਾ। ਇੱਥੇ ਤੇ 2 ਕਿਲੋਮੀਟਰ ਦੇ ਵੀ ਜਾਣਾ ਹੋਵੇ ਤੇ ਪਰਿਵਾਰ ਬਿਨਾਂ ਨਹੀਂ ਜਾਂਦੇ। ਇੱਥੇ ਤੇ ਇਕੱਲਿਆਂ ਕਿਤੇ ਜਾਣਾ ਹੋਵੇ ਕਹਿੰਦੇ ਇੱਕ ਦੋਸਤ ਚਾਹੀਦਾ ਨਾਲ, ਮੇਰਾ ਇਕੱਲੇ ਦਾ ਜੀ ਨਹੀਂ ਲੱਗਦਾ, ਸਫ਼ਰ ਔਖਾ ਹੈ, ਮੈਂ ਫੌਰਨ ਜਾਣਾ, ਮੈਂ ਇਕੱਲਾ ਨਹੀਂ ਜਾ ਸਕਦਾ, ਮੈਨੂੰ ਏਅਰਪੋਰਟ ਤੇ ਲੈਣ ਆਇਓ। ਇੰਨਾ ਸੋਚਦਾ। ਪਰ ਜਿਸ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ, ਕਦੇ ਬੰਦਾ ਕਹਿੰਦਾ ਮੈਂ ਇਕੱਲਾ ਜਾ ਰਿਹਾ, ਕਿਹੜੇ ਰਾਹ ਜਾ ਰਿਹਾ, ਮੇਰੇ ਨਾਲ ਮੇਰੇ ਆਪਣੇ ਜਾਣਗੇ ਜਾਂ ਨਹੀਂ ਜਾਣਗੇ। ਮਰਦ ਕਹਿੰਦੇ ਮਰਦਾਨਿਆ ਤੂੰ ਉਸ ਪਰਿਵਾਰ ਦਾ ਫਿਕਰ ਕਰਦਾ ਹੈ ਜੋ ਸੱਚਾ ਨਹੀਂ ਹੈ, ਸਿਰਫ ਇਸ ਸਰੀਰ ਦਾ ਰਿਸ਼ਤਾ ਹੈ ਪਰਿਵਾਰ ਦੇ ਨਾਲ, ਉਦੋਂ ਤੱਕ ਜਦੋਂ ਤੱਕ ਇਸ ਸਰੀਰ ਦੇ ਸਵਾਸ ਚੱਲਦੇ। ਇਹ ਤਾਂ ਸੁਣਦੇ ਆ ਨਾ ਆਪਾਂ ਵੀ ਜਦੋਂ ਤੱਕ ਸਾਹ ਚੱਲਦੇ, ਪਰ ਹੁਣ ਵੇਖ ਲਿਆ ਆਪਾਂ ਨੇ ਸਾਹ ਉਹਨਾਂ ਦੇ ਵੀ ਚੱਲਦੇ ਸੀ ਜਿਹੜੇ ਕਰੋਨਾ ਪੋਜ਼ਿਟਿਵ ਸੀ, ਸਾਹ ਆਖਰੀ ਸੀ, ਆਪਣੇ ਛੱਡ ਕੇ ਭੱਜ ਗਏ। ਕਹਿੰਦੇ ਮਰਨ ਵਾਲਾ ਆਪੀ ਪੂਰੇ ਹੋ, ਸਾਡੇ ਘਰ ਨਾ ਲੈ ਕੇ ਆਇਓ, ਜਿਉਂਦੇ ਕੀ ਛੱਡ ਗਈ। ਗੁਰੂ ਸਾਹਿਬ ਉਹੀ ਦੱਸਦੇ ਕਹਿੰਦੇ ਮਰਦਾਨਿਆ ਅਸੀਂ ਤੇ ਮੂੰਹ ਛੱਡਿਆ ਹੋਇਆ, ਤੈਨੂੰ ਵੀ ਮੂੰਹ ਛੱਡਣਾ ਪੈਣਾ ਏ। ਜਗਤ ਪਦਾਰਥ ਤਸ ਲਖੋ, ਗਿਆਨ ਭਏ ਤੇ ਦੂਰ। ਭਾਈ ਜਦੋਂ ਗਿਆਨ ਹਿਰਦੇ ਵਿੱਚ ਹੋ ਗਿਆ ਨਾ, ਫਿਰ ਜੱਗ ਦੇ ਪਦਾਰਥ ਝੂਠੇ ਲੱਗਦੇ ਆ, ਝੂਠੇ। ਜਦੋਂ ਤੱਕ ਗਿਆਨ ਨਹੀਂ ਉਦੋਂ ਹਰ ਚੀਜ਼ ਦਾ ਘਾਟਾ ਸਤਾਉਂਦਾ ਹੈ, ਹਰ ਚੀਜ਼ ਦਾ ਟੁੱਟਣਾ ਰਵਾਉਂਦਾ ਹੈ, ਹਰ ਚੀਜ਼ ਦਾ ਦੂਰ ਹੋਣਾ ਅੰਦਰੋਂ ਤੜਫਾ ਦਿੰਦਾ ਏ। ਜਿੱਦਣ ਗਿਆਨ ਹੋ ਗਿਆ ਬੰਦਾ ਜਾਣਦਾ ਵੀ ਇਹ ਕੱਚ ਖਰੀਦਿਆ ਸੀ, ਇੱਕ ਦਿਨ ਟੁੱਟਣਾ ਹੀ ਸੀ। ਮੈਂ ਆ ਪੱਥਰ ਕੋਠੀ ਨੂੰ ਲਾਇਆ, ਫਰਸ਼ ਤੇ ਲਾਇਆ, ਇਹਨੇ ਇੱਕ ਦਿਨ ਟੁੱਟਣਾ ਸੀ। ਟੁੱਟ ਕੇ ਤੇ ਜੁੜਿਆ ਤੇ ਜੁੜ ਕੇ ਤੇ ਟੁੱਟਿਆ। ਹੁਣ ਕਿਸੇ ਗੱਡੀ ਦਾ ਸ਼ੀਸ਼ਾ ਟੁੱਟ ਜੇ ਤੇ ਸਿਆਣਾ ਬੰਦਾ ਕਦੇ ਕਿਸੇ ਨਾਲ ਨਹੀਂ ਲੜਦਾ, ਕਦੇ ਗੁੱਸਾ ਨਹੀਂ ਕਰਦਾ, ਉਹ ਕਹਿੰਦਾ ਕੱਚ ਆ ਯਾਰ, ਟੁੱਟਣ ਵਾਸਤੇ ਬਣਿਆ, ਅੱਜ ਨਹੀਂ ਕੱਲ ਟੁੱਟ ਜੂ। ਤੇ ਇੱਕ ਮੇਰੇ ਵਰਗਾ ਮੂਰਖ ਉਹ ਕਹਿੰਦਾ ਚੱਲ ਠਾਣੇ ਤੂੰ ਤੋੜਦਾ, ਤੂੰ ਐਂ ਕਰਤਾ ਪਵਾ ਕੇ ਦੇ ਮੈਨੂੰ, ਉਹ ਕੀ ਹੈ? ਉਹਨੂੰ ਇਹ ਲੱਗਦਾ ਵੀ ਟੁੱਟਣ ਵਾਲੀ ਚੀਜ਼ ਨਹੀਂ ਸੀ, ਪਰ ਇਹਨੇ ਜਾਣ ਕੇ ਟੋੜੀ ਹੈ। ਇਹ ਕੀ ਹੈ? ਅਣਜਾਣ ਹੋਣਾ, ਇਹ ਅਗਿਆਨਤਾ। ਸਤਿਗੁਰ ਕਹਿੰਦੇ ਆ ਸੰਸਾਰ ਦਾ ਸੁਪਨਾ ਟੁੱਟਣ ਵਾਲਾ ਹੈ, ਇਹ ਸੱਚਾ ਨਹੀਂ ਹੈ ਭਾਈ, ਇਹ ਸੁਪਨਾ ਝੂਠਾ ਹੈ। ਜਿੱਦਣ ਟੁੱਟ ਜਾਣਾ ਮਰਦਾਨੇ ਆ ਉਦੋਂ ਸਮਝ ਆ ਜਾਣੀ ਹੈ। ਜਿਹੜੀ ਗੱਲ ਦੁਨੀਆ ਨੂੰ ਮਰਨ ਵੇਲੇ ਸਮਝ ਆਉਂਦੀ ਆ, ਮਰਨ ਵੇਲੇ ਰੱਬ ਦੇ ਪਿਆਰਿਆਂ ਨੂੰ ਜਿਉਂਦੇ ਜੀ ਆ ਜਾਂਦੀ। ਆਖੋ ਸਤਿਨਾਮ। ਇੰਨਾ ਫਰਕ ਹੈ ਦੁਨੀਆ ਤੇ ਭਗਤਾਂ।
ਮਰਦ ਨੇ ਲਿਖਿਆ ਨਾ, ਭਗਤਾ ਤੇ ਸਹਿਸਾਰੀਆ ਜੋੜ ਕਦੇ ਨਾ। ਕਦੇ ਸ਼ਬਦ ਦੂਰ ਦੂਰ ਤੱਕ ਵੀ ਕਹਿੰਦੇ ਕਦੇ ਮਿਲਾਪ ਨਹੀਂ ਹੋ ਸਕਦਾ ਕਿਹਨਾਂ ਦਾ, ਸੰਸਾਰੀ ਲੋਕਾਂ ਦਾ ਤੇ ਬੰਦਗੀ ਵਾਲਿਆਂ ਦਾ। ਬੰਦਾ ਮਰਦਾ ਹੋਇਆ ਕਹਿੰਦਾ ਹੈ ਆ ਦਾਨ ਕਰ ਦਿਓ ਜੀ, ਮੈਂ ਤੇ ਬਾਹਰ ਚੱਲਿਆ, ਮੇਰੀ ਦੌਲਤ ਸਿਕੰਦਰ ਵਾਂਗੂ ਵੀ ਲੋਕਾਂ ਨੂੰ ਵੰਡ ਦਿਓ, ਮੈਂ ਜਿਉਂਦੇ ਜੀ ਤੇ ਪਾਪ ਕੀਤਾ, ਲੋਕਾਂ ਦੇ ਗਲ ਵੱਡੇ, ਮਰਨ ਲੱਗਿਆ ਜੀ ਲੰਗਰ ਲਾ ਦਿਓ, ਵੰਡ ਦਿਓ ਸਾਰਾ ਕੁਝ। ਕਹਿੰਦੇ ਕੀ ਫਾਇਦਾ ਹੈ? ਸਾਧੂ ਜਿਉਂਦੇ ਜੀ ਕਹਿੰਦੇ ਆ, ਕਹਿੰਦੇ ਇੰਨਾ ਵੀ ਇਕੱਠਾ ਨਹੀਂ ਕਰਨਾ ਜਿਹੜਾ ਸੋਣ ਨਾ ਦਵੇ, ਅਪਰਾਧੀ ਹੋ ਜਾਂਦੇ। ਸਤਿਗੁਰ ਕਹਿੰਦੇ ਮਰਦਾਨਿਆਂ ਕਿਵੇਂ ਲੱਗਿਆ ਭਾਈ ਬਚਨ? ਚੁੱਪ ਜਾ ਕੇ ਕਹਿੰਦਾ ਬਾਜੇ ਠੀਕ ਆ ਖੁਦਾ ਨਾਮ। ਅੰਦਰੋਂ ਤੇ ਖਿੱਚ ਪਈ ਆ ਵੀ ਮੈਂ ਕਿੱਥੇ ਆ ਗਿਆ। ਮੈਂ ਤੇ ਮਰਦ ਨੂੰ ਕਹਿਣ ਆਇਆ ਸੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਇੰਨਾ ਕੁਝ ਬੀਤ ਗਿਆ, ਮੈਨੂੰ ਕਾਰਨ ਦੱਸੋ, ਮੈਂ ਜਾ ਕੇ ਦੱਸਾਂ ਤੁਹਾਡੇ ਪਿਤਾ ਜੀ ਨੂੰ। ਤੇ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਅੱਜ ਤੂੰ ਵੀ ਘਰ ਛੱਡ ਦੇ, ਜਿਹੋ ਜਿਹੇ ਅਸੀਂ ਹੋ ਜਾ ਤੂੰ ਉਹਦਾ ਤੇ ਪੈਣੀ ਆ ਨਾ। ਅਚਨਚੇਤ ਤੁਸੀਂ ਕਿਸੇ ਕੋਲ ਜਾ ਕੇ ਬੈਠੋ, ਕਿਸੇ ਤੇ ਮਾਣ ਕਰਦੇ ਹੋ, ਉਹ ਬੰਦਾ ਆਕੇ ਵੀ ਜੇ ਮੇਰੇ ਨਾਲ ਯਾਰੀ ਨਿਭਾਉਣੀ ਤੇ ਛੱਡ ਦੁਨੀਆ ਸਾਰੀ, ਫੈਸਲਾ ਕਰਨਾ ਕਾਫੀ ਔਖਾ ਹੈ। ਚਲੋ ਭਾਈ ਮਰਦਾਨਾ ਜੀ ਕੋਈ ਯਾਦ ਨਹੀਂ, ਇਸ ਵੇਲੇ ਪੂਰਨ ਸੋਝੀ ਨਹੀਂ ਹੈ, ਪਰ ਪੂਰਬਲੇ ਕਰਮ ਬਹੁਤ ਵੱਡੇ ਨੇ। ਪੂਰਨ ਸੋਝੀ ਨਹੀਂ, ਕਰਮ ਬਹੁਤ ਵੱਡੇ ਆ, ਵੱਡਿਆਂ ਭਾਗਾਂ ਕਰਕੇ ਗੁਰੂ ਮਿੱਤਰ ਨੇ ਸਤਿਗੁਰਾਂ ਦੇ ਕੋਲ ਬੈਠੇ ਨੇ, ਜਿਹੜੀ ਉਹ ਸੋਝੀ ਨਹੀਂ ਨਾ ਮਰ ਜੋ ਹੀ ਦੇ ਰਹੇ ਆ। ਕਹਿੰਦੇ ਮਰਦਾਨਿਆ ਤੂੰ ਦੁਨੀਆ ਨੂੰ ਸੱਚੀ ਬਣਾਈ ਕਰਦਾ ਹੈ, ਕਦ ਤੱਕ ਰਹੇਗਾ? 70 ਸਾਲ 80 ਸਾਲ 90 ਸਾਲ, ਹਰ ਬੰਦੇ ਨੇ ਜੋ ਜੰਮਿਆ ਉਹਨੇ ਮਰਨਾ ਹੈ। ਬਸ ਇਹੀ ਚੀਜ਼ ਭੁੱਲਿਆ ਬੈਠਾ ਬੰਦਾ, ਇਹਨੂੰ ਯਾਦ ਕਰਨ ਲਈ ਧਰਮੀ ਹੋਣਾ ਪੈਂਦਾ। ਜਿੱਦਣ ਇਹ ਗੱਲ ਸਮਝ ਆ ਗਈ ਨਾ ਵੀ ਦੁਨੀਆ ਮਰਦੀ ਆ, ਮਰਨਾ ਹੀ ਜਾਣਾ ਹੈ, ਸੱਚੀ ਤੁਹਾਨੂੰ ਕਿਸੇ ਚੀਜ਼ ਦਾ ਮਾਣ ਨਹੀਂ ਹੋਣਾ। ਤੁਸੀਂ ਕਿਸੇ ਚੀਜ਼ ਪਿੱਛੇ ਕਲਪਨਾ ਹੀ ਨਹੀਂ, ਕਿਸੇ ਪਿੱਛੇ ਕਲਪਨਾ ਹੀ, ਲੜਨਾ ਹੀ ਨਹੀਂ, ਭਿੜਨਾ ਹੀ ਨਹੀਂ, ਛੱਡ ਦੋਗੇ ਵੀ ਜਿਹੜੇ ਨਾਲ ਹੀ ਨਹੀਂ ਜਾਣਾ ਲੜਨ ਦੇ ਵੀ। ਹਾਂ ਜਿਹੜੀ ਚੀਜ਼ ਨਾਲ ਜਾਂਦੀ ਉਹਦੇ ਪਿੱਛੇ ਲੜਨਾ ਚਾਹੀਦਾ। ਉਹ ਕੀ ਹੈ? ਭਗਤੀ, ਸ਼ੁਭ ਗੁਣ, ਬੰਦਗੀ। ਇਹਦੇ ਪਿੱਛੇ ਕੌਣ ਲੜਦਾ ਵੀ ਮੈਂ ਭਗਤੀ ਵੱਧ ਕਰਾਂ, ਮੈਂ ਨਾਮ ਜਪਾਂ, ਕਿਉਂਕਿ ਨਾਮ ਨੇ ਪ੍ਰਲੋਕ ਸਾਧੇ ਰਹਿੰਦੇ। ਉਹਨਾਂ ਕੌਡੀਆਂ ਪਿੱਛੇ ਲੜਦੇ ਆ ਜਿਹੜੀਆਂ ਜਿਉਂਦੇ ਜੀਵ ਹੀ ਕਈ ਵਾਰ ਸਾਥ ਛੱਡ ਜਾਂਦੇ। ਸਤਿਗੁਰਾਂ ਦੇ ਬਚਨ ਸੁਣ ਭਾਈ ਮਰਦਾਨਾ ਤੇ ਸੁਣ ਲਓ, ਮਾਨੀ ਮਨ ਸੋਚਦੇ ਆ ਕੀ ਕਰਾਂ, ਜਵਾਬ ਦਿੱਤਾ ਜਾਣਾ। ਜੇ ਜਵਾਬ ਦੇਤਾ ਪਿਆਰਾ ਸੱਜਣ ਸਤਿਗੁਰੂ ਨਾਰਾਜ਼ ਹੋ ਜਾਏਗਾ। ਜੇ ਮੈਂ ਸੱਚੇ ਪਾਤਸ਼ਾਹ ਕੋਲ ਹਾਮੀ ਭਰੀ, ਪਿੱਛੇ ਪਰਿਵਾਰ ਬੈਠਾ ਹੈ, ਘਰਦਿਆਂ ਨੂੰ ਤੇ ਹੀ ਦੱਸ ਕੇ ਆਇਆ ਵੀ ਮੈਂ ਖਬਰਸਾਰ ਲੈਣ ਚੱਲਿਆ, ਪਰ ਉਹ ਇਹ ਥੋੜਾ ਜਾਣਦੇ ਵੀ ਹੁਣੇ ਨਹੀਂ ਆਉਣਾ ਹੀ ਨਹੀਂ ਕਦੇ। ਸਾਧੂਆਂ ਕੋਲ ਰਹਿਣਾ, ਰੱਬ ਦੇ ਪਿਆਰਿਆਂ ਕੋਲ ਬਹਿਣਾ, ਜਿਉਂਦੇ ਜੀ ਮਰਨਾ ਹੁੰਦਾ, ਆਖੋ ਸਤਿਨਾਮ। ਇਸੇ ਕਰਕੇ ਮਰਦ ਕਹਿੰਦੇ ਆ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ। ਜੇ ਭਗਤੀ ਵਾਲਾ ਬਣਦਾ ਜਿਉਣ ਦੀਆਂ ਆਸਾਂ ਛੱਡ ਦੇ, ਜੇ ਰੱਬ ਨੂੰ ਮਿਲਣਾ ਤੇ ਜ਼ਿੰਦਗੀ ਦੀ ਆਸ ਛੱਡ। ਕੋਈ ਅਸੀਂ ਤੇ ਆਸਾਂ ਲਾਈ ਫਿਰਦੇ ਆ, ਮਰਦ ਲੰਬੀ ਉਮਰ ਵਧਾ, ਐਕਸਪਾਇਰੀ ਡੇਟ ਹੋਰ ਲੰਬੀ ਕਰਦੇ ਥੋੜੀ, ਬੁੱਢਾ ਹੋ ਗਿਆ, ਤੁਰਿਆ ਨਹੀਂ ਜਾਂਦਾ, ਮੜ ਗਈ ਤੰਦਰੁਸਤੀ ਬਖਸ਼, ਹੋਰ ਭੱਜਣ ਨੱਠਣ ਜੋਗਾ ਕਰਦੇ, 20 ਸਾਲ ਕੱਢਾਂ, 40 ਕੋ ਹੋਰ ਕੱਢ ਜਾ। ਬਜ਼ੁਰਗ ਵੀ ਇੱਕ ਜਿਹਨੇ ਸੰਸਾਰ ਤੋਂ ਜਾਣ ਦੀ ਸੋਚੀ ਬੈਠਾ ਨਾ, ਉਹ ਵੀ ਕਹਿੰਦਾ ਕਿ ਉਮਰ ਵੱਧ ਗਈ, ਛੇਤੀ ਜਵਾਨ ਹੋ ਜਾ, ਦੁਬਾਰਾ ਕੁਛ ਹੋਵੇ ਨਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਇੱਕ ਵਾਰ ਤੇ ਸੋਚਣ ਲੱਗ ਪਿਆ ਵੀ ਇਹ ਗੁਰਦੇਵ ਨੇ ਕੀ ਕਹਿੰਦਾ। ਬਚਨ ਇਹਨਾਂ ਦੇ ਚਾਹ ਕੇ ਵੀ ਮੈਂ ਮੋੜ ਨਹੀਂ ਸਕਦਾ। ਚੌਪਈ ਸ੍ਰੀ ਨਾਨਕ ਬਚ ਸੁਣੇ ਸੁਭਾਗੋ, ਭਇਓ ਸਹਿਜ ਹੀ ਹਿਰਦੇ ਬੈਰਾਗੋ। ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤੇ, ਅੱਖਾਂ ਭਰ ਕੇ, ਨੇਤਰ ਭਰ ਭਾਈ ਮਰਦਾਨੇ ਦੀ ਅੱਖ 'ਚ ਅੱਖ ਪਾ ਕੇ ਗੁਰੂ ਸਾਹਿਬ ਨੇ ਤੱਕਿਆ ਨਾ। ਹੁਣ ਤੱਕ ਭਾਈ ਮਰਦਾਨਾ ਸੋਚਦਾ ਸੀ ਮੈਥੋਂ ਘਰ ਨਹੀਂ ਛੱਡਿਆ ਜਾਣਾ, ਮੈਥੋਂ ਪਰਿਵਾਰ ਨਹੀਂ ਛੱਡਿਆ ਜਾਣਾ। ਮਰਦ ਨੇ ਐਸੀ ਨਜ਼ਰ ਭਰ ਕੇ ਤੱਕਿਆ ਭਾਈ ਮਰਦਾਨਾ ਦੀ ਵੱਲ, ਕਹਿੰਦੇ ਐਸਾ ਸਹਿਜ ਤੇ ਵਿਰਾਗ ਪ੍ਰਾਪਤ ਹੋ ਗਿਆ। ਭਾਈ ਮਰਦਾਨਾ ਹੁੱਬ ਕੇ ਆਖਣ ਲੱਗੇ, ਕਹਿੰਦੇ ਪਾਤਸ਼ਾਹ ਓਏ ਘਰ ਘੁਰ ਕਿਹੜੀਆਂ ਗੱਲਾਂ ਨੇ, ਤੁਸੀਂ ਆਖੋ ਤੇ ਜਹਾਨ ਛੱਡ ਦੇ, ਆਖੋ ਸਤਿਨਾਮ। ਇੱਕ ਨਜ਼ਰ ਨਾਲ ਮਿਹਰ ਦੀ ਨਜ਼ਰ, ਐਸਾ ਕਰਮ ਜਾਗਿਆ ਉਸ ਭਾਗਾਂ ਵਾਲੇ ਦਾ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬੜੇ ਹੌਸਲੇ ਨਾਲ ਕਹਿਤਾ, ਕੋਈ ਇਹੀ ਹੌਸਲਾ ਹੁੰਦਾ ਆਪਾਂ ਸਮਰਪਿਤ ਕਰਨ ਦਾ। ਆਪਾਂ ਕਹਿੰਦੇ ਆ ਨਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ।
ਬਾਣੀ ਕਹਿੰਦੀ ਹੈ ਸਿੱਖਾ ਗੁਰੂ ਨੂੰ ਧਨ ਭੇਟਾ ਕਰ ਦੇ, ਗੁਰੂ ਨੂੰ ਤਨ ਸੌਂਪ ਦੇ, ਗੁਰੂ ਨੂੰ ਮਨ ਸੌਂਪ ਦੇ। ਜੇ ਵੇਖੀਏ ਮਨ ਸਾਡਾ ਗੰਦਗੀ ਦਾ ਘਰ ਹੈ, ਕਿੰਨੀਆਂ ਮਾੜੀਆਂ ਸੋਚਾਂ ਇਹਦੇ ਚ, ਜਨਮਾਂ ਜਨਮਾਂ ਦੇ ਪਾਪ ਨੇ, ਗੁਰੂ ਨੇ ਤੋਂ ਕੀ ਕਰੋਗੇ। ਜੇ ਸਰੀਰ ਦੀ ਗੱਲ ਕਰੀਏ 9 ਦੇ 9 ਦਰਵਾਜ਼ੇ ਹਰ ਵੇਲੇ ਮੈਲ ਨਾਲ ਰਿਸਦੇ ਰਹਿੰਦੇ, ਗੁਰੂ ਨੇ ਗੰਦੇ ਸਰੀਰ ਤੋਂ ਕੀ ਲੈਣਾ। ਜੇ ਧਨ ਦੀ ਗੱਲ ਕਰੀਏ ਤੇ ਹੈ ਨਾਸ਼ਵਾਨ, ਗੁਰੂ ਨੇ ਸਾਡੇ ਧਨ ਤੋਂ ਲੈਣਾ ਕੀ ਹੈ। ਉਹ ਤੇ ਆਪ ਦਾਤਾ ਸਭ ਕੁਝ ਦੇਣ ਵਾਲਾ, ਸਾਨੂੰ ਮੰਗਤਿਆਂ ਨੂੰ ਉਸੇ ਨੇ ਤੇ ਸਾਰਾ ਕੁਝ ਦਿੱਤਾ, ਅਸੀਂ ਕੀ ਦੇ ਸਕਦੇ ਹਾਂ, ਦੇ ਸਕਦੇ ਹਾਂ ਕੁਝ। ਪਰ ਇਹ ਸਮਝਣ ਵਾਲੀਆਂ ਗੱਲਾਂ ਨੇ। ਮਰਦ ਕਿਤੇ ਤਨ ਦੀ ਹਉਮੈ ਛੱਡ ਦੇ, ਉਹਦੀ ਦਾਤ ਮਨ ਦੀ ਹਉਮੈ ਛੱਡ ਦੇ, ਭਾਈ ਉਹਦੀ ਕਿਰਪਾ ਨਾਲ ਸਿੱਧਾ ਹੋ ਸਕਦਾ ਹੈ। ਧਨ ਦੀ ਹਉਮੈ ਛੱਡ ਦੇ, ਤੈਨੂੰ ਅੱਜ ਰਾਜੇ ਤੋਂ ਰੰਕ ਬਣਾ ਸਕਦਾ, ਭਿਖਾਰੀ ਬਣਾ ਸਕਦਾ, ਭਿਖਾਰੀ ਨੂੰ ਰਾਜਾ ਬਣਾ ਸਕਦਾ। ਦੀ ਹਉਮੈ ਛੱਡ, ਅੱਜ ਤੇਰੇ ਕੋਲ ਕੱਲ ਕਿਸੇ ਹੋਰ ਕੋਲ ਹੋਊ। ਇਹਦਾ ਕੰਮ ਨਾ ਕਰੀ, ਆਖੋ ਸਤਨਾਮ। ਇਹ ਦਾਤ ਹੈ ਉਹਦੀ। ਇਹਨਾਂ ਦੀ ਹਉਮੈ ਛੱਡਣ ਨੂੰ ਗਿਆ, ਤਨ ਛੱਡਣ ਨੂੰ ਥੋੜਾ ਗਿਆ ਮਨ ਨੇ ਵੀ ਸੁਸਾਈਡ ਕਰ ਲੈ ਜਾ ਕੇ, ਪੈਸਿਆਂ ਨੂੰ ਅੱਗ ਲਾ ਕੇ ਸੁੱਟ ਦੇ ਵੀ ਮੈਂ ਤੇ ਗੁਰੂ ਨਾਲ ਜੁੜ ਗਿਆ। ਨਹੀਂ, ਮਰਦ ਕਹਿੰਦੇ ਗੁਰੂ ਲੇਖੇ ਲਾਉਣੇ, ਗੁਰੂ ਦੇ ਪਿਆਰ ਚ ਲਾਉਣੇ ਆ, ਮਨ ਕਰਕੇ ਗੁਰੂ ਵਾਲਾ ਹੋ ਜਾਣਾ ਹੈ, ਮਨ ਗੁਰੂ ਨੂੰ ਸੌਂਪ ਦੇਣਾ ਹੈ। ਇਹਦਾ ਭਾਵ ਇਹ ਹੈ, ਭਾਈ ਮਰਦਾਨਾ ਜੀ ਨੇ ਤਨ ਮਨ ਧਨ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰੇਮ ਵਿੱਚ ਭੇਟਾ ਕਰ ਦਿੱਤਾ। ਯਾਹੇ ਨਾਮ ਕਲਿਆਣ ਮਿਟਾਵਹਿ, ਤਹ ਉਪਦੇਸ਼ ਬੋਧ ਕਿਉ ਨਾ ਆਵੇ। ਜਿਨ੍ਹਾਂ ਦਾ ਨਾਮ ਸੁਣ ਕੇ ਲੋਕਾਂ ਦੇ ਅੰਦਰ ਗਿਆਨ ਦੀ ਚਿੰਗ ਪੈਦਾ ਹੋ ਜਾਂਦੀ ਹੈ, ਤੇ ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਖਾਲੀ ਕਿਵੇਂ ਜਾ ਸਕਦਾ। ਭਾਈ ਮਰਦਾਨਾ ਜੀ ਪਹਿਲਾਂ ਵੀ ਮਰਦ ਘੜਾਉਂਦੇ ਰਹੇ ਆ, ਬਚਪਨ ਚ ਖੇਡਦੇ ਰਹੇ ਆ, ਕਦੇ ਨਹੀਂ ਸੀ ਮਰਨ ਦੇ ਗਿਆ। ਅੱਜ ਉਹ ਸਮਾਂ ਆ ਗਿਆ, ਕਿਉਂਕਿ ਭਾਈ ਮਰਦਾਨੇ ਨੇ ਪੁੱਛਿਆ ਮਰਦ ਸੱਚੇ ਪਾਤਸ਼ਾਹ, ਭਰਵੇ ਕੱਪੜੇ ਪਾ ਕੇ ਬਹਿ ਗਏ, ਘਰ ਬਾਰੇ ਛੱਡ ਕੇ ਬਹਿ ਗਏ, ਉਹ ਬੱਚਿਆਂ ਦਾ ਮੋਹ ਛੱਡਤਾ, ਕਾਰਨ ਕੀ ਹੈ। ਗੁਰੂ ਸਾਹਿਬ ਕਹਿੰਦੇ ਤੈਨੂੰ 35 ਸਾਲ ਕਿਉਂ ਸਿਖਾਇਆ ਸੀ, ਇਹੀ ਕਾਰਨ ਕਰਕੇ ਸਿਖਾਇਆ ਸੀ। ਮਰਦਾਨਿਆਂ, ਘਰ ਦਾ ਮੋਹ ਛੱਡ, ਪਰਿਵਾਰ ਦਾ ਮੋਹ ਛੱਡ, ਘਰ ਦੀ ਚਿੰਤਾ ਛੱਡ, ਜਾਂ ਸਾਡੇ ਕੋਲ ਬਹਿ ਜਾ, ਜਾਂ ਫਿਰ ਸਾਡਾ ਹੀ ਹੋ ਜਾ। ਬਿਗਸ ਬਦਨ ਤੇ ਬਚਨ ਪ੍ਰਕਾਸ਼ਾ, ਇੱਛਾ ਗਵਨ ਕਰਨ ਕੇ ਆਸਾ। ਨੇਤਰ ਬੰਦ ਕਰ ਥੋੜਾ ਸਮਾਂ, ਆਰਾਮ ਤੋਂ ਬਾਅਦ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ ਗਰੀਬ ਨਵਾਜ, ਤਨ ਵੀ ਤੇਰਾ, ਮਨ ਵੀ ਤੇਰਾ, ਜੋ ਮੇਰੇ ਕੋਲ ਦੌਲਤ ਸਭ ਕੁਝ ਤੇਰਾ ਹੀ ਹੈ ਮਾਲਕਾ। ਪਰ ਇੱਕ ਗੱਲ ਦੱਸੋ, ਆਪ ਜੀ ਦੀ ਇੱਛਾ ਕਿੱਥੇ ਜਾਣਦੀ ਹੈ। ਭਾਈ ਮਰਦਾਨਾ ਬਹੁਤ ਕਰੀਬ ਹੋ ਕੇ ਪੁੱਛ ਰਹੇ ਨੇ। ਹੁਣ ਅਲਾਂਭੇ ਖਤਮ, ਦੁਨੀਆ ਦੀਆਂ ਗੱਲਾਂ ਖਤਮ, ਸੱਜਣ ਨਾਲ ਬਹਿ ਕੇ ਸੱਜਣ ਹੋ ਗਏ, ਪਿਆਰੇ ਕੋਲ ਬਹਿ ਕੇ ਪਿਆਰੇ ਬਣ ਗਏ। ਭਾਈ ਮਰਦਾਨਾ ਜੀ ਕਹਿੰਦੇ ਮਾਲਕਾ ਕਿਰਪਾ ਕਰਕੇ ਦੱਸੋ ਆਪ ਜਾਣਾ ਕਿੱਥੇ ਚਾਹੁੰਦੇ ਹੋ। ਘਰ ਤੇ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਦੁਨੀਆਦਾਰੀ ਛੱਡ ਦਿੱਤੀ, ਲੋਕ ਲੱਜਿਆ ਛੱਡ ਦਿੱਤੀ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿੱਥੇ ਜਾਣ ਦਾ ਇਰਾਦਾ ਹੈ, ਕਿਹੜੀ ਥਾਂ ਤੇ ਆਪ ਜੀ ਜਾਣਾ ਚਾਹੁੰਦੇ ਹੋ। ਕਾਰਜ ਜੋ ਮਮ ਅਧੀਨਾ, ਕਰੋ ਕਿਉਂ ਨਾ ਮੈਂ ਹੋਈ ਛਲ ਛੀਨਾ। ਤੇ ਪਾਤਸ਼ਾਹ ਜਾਣਾ ਆਪ ਜੀ ਕਿੱਥੇ ਚਾਹੁੰਦੇ ਹੋ, ਕਿਰਪਾ ਕਰਕੇ ਦੱਸਿਓ। ਪਰ ਮੈਂ ਇੱਥੇ ਮੈਂ ਹਉਮੈ ਵਾਲੀ ਨਹੀਂ ਹੈ, ਭਾਗਵਾਚਕ ਹੈ। ਸੱਚੇ ਪਾਤਸ਼ਾਹ ਮੈਂ ਇਹੋ ਜਿਹਾ ਕਿਹੜਾ ਕੰਮ ਹੈ ਜੋ ਤੁਹਾਡਾ ਨਾ ਕਰਾਂ ਤੇ ਤੁਹਾਡੇ ਕੰਮ ਨਾ ਆ ਸਕਾਂ। ਮੈਂ ਤੇ ਚਾਹੁੰਦਾ ਮੇਰਾ ਤੇ ਜੀਵਨ ਤੁਹਾਡੇ ਲਈ ਹੈ ਸੱਚੇ ਪਾਤਸ਼ਾਹ, ਮੈਂ ਤੇ ਸਮਰਪਿਤ ਕਰਦਾ ਤੁਹਾਨੂੰ ਜੀਵਨ। ਪਰ ਦੱਸੋ ਤੇ ਸਹੀ ਮੈਂ ਤੁਹਾਡੇ ਕੀ ਕੰਮ ਆ ਸਕਦਾ। ਜਿੱਦਣ ਸਾਡਾ ਸਰੀਰ ਸੰਗਤ ਦੇ ਕੰਮ ਆ ਜੇ, ਗੁਰੂ ਦੇ ਕੰਮ ਆ ਜੇ, ਇਹ ਤੋਂ ਵੱਡੇ ਭਾਗ ਕੀ ਹੋ ਸਕਦੇ ਆ। ਸਰੀਰ ਤੇ ਲੱਕੜਾਂ ਦੇ ਵੀ ਅੱਜ ਕੰਮ ਨਹੀਂ ਆ ਰਿਹਾ। ਆਖੋ ਸਤਨਾਮ। ਹਾਲਤ ਐਸੀ ਬਣ ਗਈ, ਗੰਗਾ ਚ ਦੇਖੋ ਡੈਡ ਬੋਡੀਆਂ ਪੂਰੀਆਂ ਰੋਟੀ ਕੁੱਤੇ ਖਾ ਰਹੇ ਆ। ਜਿਉਂਦਿਆਂ ਨੂੰ ਕਦੇ ਜਾਨਵਰਾਂ ਨੂੰ ਖਾਂਦੇ ਤੇ ਵੇਖੇ ਸੀ ਬੰਦਿਆਂ ਦੀ ਹਾਲਤ, ਤੇ ਜਿਨ੍ਹਾਂ ਨੂੰ ਖਾ ਰਹੇ ਨੇ ਉਹ ਵੀ ਕਦੇ ਸਾਡੇ ਵਾਂਗੂ ਆਕੜ ਦੇ ਭਰੇ ਹੋਏ ਸੀ। ਉਹ ਵੀ ਕਦੇ ਲੋਕਾਂ ਨਾਲ ਲੜਦੇ ਭਰਦੇ ਸੀ ਵੀ ਸਾਡੇ ਵਰਗਾ ਕੋਈ ਨਹੀਂ। ਅੱਜ ਦਸ਼ਾ ਕਿਹੜੀ ਹੈ, ਹਾਲਤ ਕਿਹੜੀ ਹੈ। ਇੱਥੇ ਤੇ ਰਾਜੇ ਤੋਂ ਰੰਕ ਬਣਾਉਂਦੇ ਆ, ਰੱਬ ਟਾਈਮ ਨਹੀਂ ਲਾਉਂਦਾ। ਡਰਨਾ ਚਾਹੀਦਾ ਉਸ ਕਰਤਾਰ ਤੋਂ। ਭਰਮ ਨਹੀਂ ਕਦੇ ਮਨ ਵਿੱਚ ਰੱਖਣਾ ਚਾਹੀਦਾ ਵੀ ਮੈਂ ਮਹਾਨ ਬਣਾ। ਇੱਥੇ ਤੇ ਵੱਡੇ ਵੱਡੇ ਆਏ ਤੇ ਤੁਰਦੇ ਭਾਈ ਮਰਦਾਨਾ ਜੀ ਸਭ ਸੋਚਦੇ ਆ ਵੀ ਸਤਿਗੁਰੂ ਜੀ ਆਪ ਐਡੇ ਵੱਡੇ ਰੁਤਬੇ ਦੇ ਮਾਲਕ, ਐਡੇ ਪਰਿਵਾਰ ਦੇ ਮਾਲਕ ਨੇ, ਛੱਡ ਬੈਠੇ ਆ। ਸਮੇਂ ਦੇ ਨਵਾਬ ਦਾ ਸਾਰਾ ਹਿਸਾਬ ਛੱਡਤਾ,
मोदी खाना छड़ता, त्याग दस रहे हो भी बंदिया तेरा इत्थे कुछ नहीं है। इसलिए वो सोचते हैं भी बड़ा भागा होवांगा जे मैं गुरु के काम आ जा, जे मेरा शरीर मर जे लेखे लग जे, ये तो वध होर की चाहिए। जे सिख दा जीवन, सिख दा शरीर, सिख दा मन, सिख दा धन गुरु नानक साहब दे अर्थां जे लिखे आ जे, सिख नूं होर की चाहिए जी। यही ते चाहुंदा सिख, मर जे मेरा जीवन तेरे लेखे लग जे, मैं अपनी जिंद तेरे नाम करदे आ, मैं आपां तैनूं समर्पित करदे आ। भाई मरदाना जी ने दो सवाल कीते, कहंदे महाराज आप दी जाना कित्थे चाहुंदे हो ते मैं की काम आ सकदा तुहाडे। ये क्यों पुछदे आ? उन्हां नूं लगदा मेरे च गुण ही कोई नहीं। आखो सतनाम। जद मेरे च औगण बड़े आ, गुण कोई नहीं, ते मैं गुणां दी खान दे किहड़े गुण काम आ सकदे मेरे, की काम आ सकदे? मुस्कुरा के बस। सतगुर कहंदे मरदानिया जग ते आउण वाला हर व्यक्ति खास हुंदा है, यूनिक हुंदा है। तुसीं हो ना, कोई भी है, अवेसला कोई नहीं इत्थे। एक मंगण वाला भी खाली नहीं दुनिया ते तुरिया फिरदा, ओनू भी रब ने किसी कारण वस भेजिया, वो अपने कर्म लेके आया होया है। हर इंसान दे अपने कर्म ने, कोई किसी दे कर्म नहीं हो सकदा, जिन्ना मर्जी जोड़ ला नहीं हो सकदा। हर इंसान इत्थे महान है, पर महान वो ज्यादा है जिन्हें अपना जीवन गुरु लई लेखे लाया, समर्पित करता। भाई मरदाना कहंदा मर जा ना चीज बंदे दा शरीर, आप जी दे की काम आ सकदा है, किरपा करके दस दियो। तुमरे दर्श करख मन लिया, एक आस नासी अब पिया। पातशाह आप जी दे दर्शना ने मेरा मन आकर्ष कहिए खिंच लिया, हो लिया मन मेरा तेरे मोहन मोहे लिया मन मेरा। मोहन क्यों किया? रब नूं मोह कहंदे आ, किस लई कहंदे आ भी जेड़ा तेरे तो मोया गया ना दुनिया जोगा नहीं रहा। आखो सतनाम। रब्बा जी नूं तू हो लिया ना, जिन्हों तू अपना बना लिया, ਉਹ जग नूं कहंदा मैं तेथों लेना की है। भाई मरदाना कहंदा महाराज आप जी ने मैनू मेरे तो खोलिया ते मैं हुण सदा ही तुहाडे कोल रहना चाहुंदा। पहला की सोचदी सी बैठे भाई मरदाना भी मैं कित्थे आ गया, आया ते सुनेहा देण सी। बाबा कहंदा मेरे कोल रह, पर हुण जदों महाराज ने नेत्र भर के वेखिया कहंदा सतगुरु जी मैं अपना मन खुआ बैठा खो बैठा हां, तुहाडे बिना मैं रह नहीं सकदा। आप मेरे सतगुर हो, मेरे प्यारे हो, मेरे प्रीतम हो, तुसी जिथे जिथे जो जो कहोगे सिर मत्थे प्रवान करांगा। जगत विकारन ते भी शांति, और आनंद उपजाबो भांति। सतगुਰਾਂ ਨੂੰ ਭਾਈ ਮਰਦਾਨਾ ਕਹਿੰਦਾ ਮਹਾਰਾਜ ਅੱਜ ਮੈਨੂੰ ਨਾ ਅੰਦਰੋਂ ਇਕਾਗਰਤਾ ਮਿਲ ਗਈ, ਅੰਦਰੋਂ ਸ਼ਾਂਤੀ ਮਿਲ ਗਈ, ਮੇਰਾ ਚਿੱਤ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ। ਕਿ ਜਦ ਵੀ ਮੈਂ ਆਉਂਦਾ ਸੀ ਮਰਦ ਪੈਸੇ ਦੇ ਦੋ, ਮਾਇਆ ਦੇ ਦੋ, ਘਰ ਦਾ ਗੁਜ਼ਾਰਾ ਔਖਾ। ਅੱਜ ਕੀ ਮੰਗਦੇ ਆ? ਤੁਮਰੀ ਕਿਰਪਾ ਮੈਂ ਸੁਖ ਕਰੀ। सतगुरु मैं बड़ा प्रसन्न हाँ, मेरे ते बड़ी कृपा खुदी भी हो गई, मेरी आज चाहत कोई नहीं, मैं आज कुछ भी मंगना नहीं। दोहरा कित दिश करो प्याण अब, संग ले कर मोह। सुन मरदाने के बचन, बोले आनंद संदोहे। भाई मरदाना जी बड़े प्यार जाके हाथ जोड़ के कहते महाराज केड़ी दिशा जाओगे, किथे लेके जाओगे, कृपा करके दसो, जिथे जाओगे मैं नाल चलूं। हसे गुरु नानक साहब कहते मरदाने इतना नहीं पता केड़ी दिशा जावांगे, इन्ना पता है जिथे सत करतार लेके जाओ असीं हुण उत्थे जावांगे। आखो सतनाम। जिथे करता पुरख लेके जाएगा, कोई बंदा आप नहीं तुरदा, कोई बंदा आप नहीं बोलता, कोई व्यक्ति आप नहीं खाता, रब जिथे करोगा जिथे लेके जांदा है। आपां ते दाने दाने दी गल्लां करदे आ ना भी परमात्मा ने दाना पानी लिखिया उत्थे ही छकना है, कल्ला दाना पानी नहीं। जिस हवा विच साह लिखे हुए ने ना, वो ऑक्सीजन कित्थों लैनी है, किहड़े रुख ने देनी है, किहड़ी थां ते साह मिलना है ते कित्थे निकलना है, ये भी रब दी दात है। आखो सतनाम। कल्ला दाना पानी नहीं खड़ाया उन्हें साह भी खिलारे हुए, किथे किथे जाके लैनी ते किथे किथे छकनी।
ਮਹਾਰਾਜ ਕਹਿੰਦੇ ਜਿੱਥੇ ਉਹ ਕਰਤਾ ਪੁਰਖ ਲੈ ਜੂ ਵਰਦਾਨਿਆ, ਚੱਲ ਹੋ ਤਿਆਰ ਆਪਾਂ ਉੱਥੇ ਚੱਲੀਏ। ਭਾਈ ਮਰਦਾਨਾ ਜੀ ਦੇ ਨੇਤਰਾਂ 'ਚ ਅੱਜ ਪ੍ਰੇਮ ਦਾ ਜਲ ਆਇਆ, ਸਮਾਂ ਸਮਾਪਤ ਹੋ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਛੱਡਣਾ ਚਾਹੁੰਦੇ ਨੇ ਜਾਂ ਕਿਤੇ ਹੋਰ ਜਾਣਾ ਚਾਹੁੰਦੇ ਆ। ਭਾਈ ਮਰਦਾਨਾ ਜੀ ਆਏ ਤੇ ਸੁਨੇਹਾ ਲੈ ਕੇ ਨਹੀਂ, ਕੀ ਸੁਨੇਹਾ ਲੈ ਕੇ ਵਾਪਸ ਜਾਣਗੇ। ਜੋ ਕੁਝ ਵੀ ਹੋਣਾ ਹੈ ਗਰੀਬ ਨਵਾਜ ਸਤਿਗੁਰਾਂ ਦੀ ਕਿਰਪਾ ਨਾਲ ਕੱਲ ਸ਼ਾਮ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।